ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਅ ਸ਼ਰਟ ਇਨ ਦਾ ਮਾਰਕੀਟ ਨਾਮ ਦਾ ਜਿਹੜਾ ਪਾਠ ਹੈ, ਇਸ ਪਾਠ ਨੂੰ ਆਪਾਂ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ। ਇਹ ਪਾਠ ਤੁਹਾਡੀ 7th ਕਲਾਸ ਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਵਿੱਚੋਂ ਲਿਆ ਗਿਆ ਲੈਸਨ ਹੈਗਾ ਚੈਪਟਰ ਨੰਬਰ 8 ਮਾਰਕੀਟ ਵਿੱਚ ਜਾਂ ਫਿਰ ਬਾਜ਼ਾਰ ਵਿੱਚ ਇੱਕ ਕਮੀਜ਼। ਇੱਕ ਜਿਹੜੀ ਕਮੀਜ਼ ਹੈਗੀ ਆ ਜਿਹੜੀ ਕਿ ਆਪਾਂ ਵੇਅਰ ਕਰਦੇ ਆ, ਉਹਨੂੰ ਬਣਾਉਣ ਪਿੱਛੇ ਕਿੰਨੀ ਲੇਬਰ ਲੱਗਦੀ ਹੈ, ਕਿੰਨੀ ਐਡਵਰਟਾਈਜ਼ਮੈਂਟ ਲੱਗਦੀ ਹੈ ਐਂਡ ਕਿੰਨਾ ਮੁਨਾਫਾ ਵੱਡੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਕਮਾਉਂਦੀਆਂ ਨੇ ਐਂਡ ਜਿਹੜੇ ਛੋਟੇ ਕਾਰੀਗਰ ਹੁੰਦੇ ਨੇ ਜੀ, ਉਹਨਾਂ ਕੋਲ ਜਿਹੜਾ ਮੁਨਾਫਾ ਪਹੁੰਚਦਾ ਹੈ ਉਹ ਬਹੁਤ ਹੀ ਥੋੜਾ ਹੁੰਦਾ ਹੈ। ਸੋ ਇਸ ਗੱਲ ਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ। ਇਹ ਕਲਾਸ ਤੁਹਾਡੇ PS ਟੈਟ ਐਂਡ C ਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਆ। ਇਸ ਪਾਠ ਵਿੱਚ ਕੁਝ ਕਹਾਣੀਆਂ ਦੱਸੀਆਂ ਗਈਆਂ ਨੇ। ਕਹਾਣੀਆਂ ਦੀ ਮਦਦ ਨਾਲ ਆਪਾਂ ਪਾਠ ਨੂੰ ਸਮਝਾਂਗੇ। ਸਵਪਨਾ ਨਾਮ ਦੀ ਇੱਕ ਕਹਿ ਸਕਦੇ ਆ ਔਰਤ ਹੈਗੀ ਆ, ਜਿਹੜੀ ਕਿੱਥੇ ਰਹਿੰਦੀ ਆ? ਕੁਰਨੂਲ ਵਿੱਚ ਰਹਿੰਦੀ ਹੈਗੀ ਆ। ਕਪਾਹ ਕਿਸਾਨ ਹੈਗੀ ਆ ਐਂਡ ਇਹਨਾਂ ਦੁਆਰਾ ਖੇਤੀ ਕੀਤੀ ਜਾਂਦੀ ਹੈ ਕਪਾਹ ਦੀ। ਸਵਪਨਾ ਦਾ ਕਾਟਨ ਫਾਰਮਰ ਇਨ ਕੁਰਨੂਲ। ਇਹ ਕੁਰਨੂਲ ਜਗ੍ਹਾ ਜਿਹੜੀ ਹੈਗੀ ਆ, ਇਹ ਆਂਧਰਾ ਪ੍ਰਦੇਸ਼ ਵਿੱਚ ਜਗ੍ਹਾ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਇੱਥੇ ਛੋਟੇ ਕਿਸਾਨ ਨੇ ਜਿਹੜੇ ਕਿ ਕਪਾਹ ਦੀ ਖੇਤੀ ਕਰਦੇ ਨੇ ਐਂਡ ਇੱਥੇ ਗੱਲ ਦੱਸੀ ਗਈ ਹੈ ਸਵਪਨਾ ਦੀ ਕਿ ਜਦੋਂ ਉਹਨੇ ਕਪਾਹ ਦੀ ਖੇਤੀ ਕਰਨੀ ਸੀਗੀ ਤਾਂ ਉਹਨੂੰ ਪੈਸਾ ਲੈਣਾ ਪਿਆ ਸੀਗਾ। ਉਹਨੂੰ ਪੈਸੇ ਉਧਾਰੇ ਫੜਨੇ ਪਏ ਸੀਗੇ। ਕਿਉਂ ਪੈਸੇ ਉਧਾਰੇ ਫੜਨੇ ਪਏ ਸੀ? ਕਿਉਂਕਿ ਉਹਨੇ ਆਪਦੀ ਫਸਲ ਬੀਜਣੀ ਸੀ, ਜਿਹਦੇ ਕਰਕੇ ਉਹਨੂੰ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀ ਦਵਾਈ ਲਈ ਉਹਨੂੰ ਉੱਚ ਵਿਆਜ ਦਰ ਤੇ ਸਵਪਨਾ ਨੇ ਇੱਕ ਸਥਾਨਕ ਵਪਾਰੀ ਸੀਗਾ ਜਿਹਦੇ ਤੋਂ 2500 ਰੁਪਈਆ ਉਧਾਰਾ ਫੜਿਆ। ਕਾਫੀ ਜ਼ਿਆਦਾ ਹਾਈਅਰ ਇੰਟਰਸਟ ਰੇਟ ਤੇ ਇਹਨਾਂ ਦੁਆਰਾ ਕਹਿ ਸਕਦੇ ਹਾਂ ਕਿ ਸਵਪਨਾ ਨੂੰ ਪੈਸੇ ਦਿੱਤੇ ਗਏ ਤੇ ਇਹ 2500 ਰੁਪਏ ਵੀ ਸਿਰਫ ਇਸ ਸ਼ਰਤ ਤੇ ਦਿੱਤੇ ਗਏ ਕਿ ਜਦੋਂ ਤੇਰੀ ਕਪਾਹ ਦੀ ਫਸਲ ਹੋ ਜਾਣੀ ਆ, ਤੂੰ ਆਪ ਦੀ ਸਾਰੀ ਫਸਲ ਮੈਨੂੰ ਹੀ ਵੇਚਣੀ ਆ। ਤੇ ਜਦੋਂ ਕਪਾਹ ਦੀ ਫਸਲ ਹੋ ਜਾਂਦੀ ਹੈ ਜੀ, ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਫਸਲ ਹੈਗੀ ਆ ਜੀ, ਉਹ ਵੇਚਣੀ ਪਈ ਸੀਗੀ ਇਸ ਵਪਾਰੀ ਨੂੰ। ਤੇ ਉਸ ਟਾਈਮ ਦੇ ਵਿੱਚ ਇਹਨੂੰ ਸਿਰਫ ਤੇ ਸਿਰਫ 3000 ਰੁਪਏ ਪ੍ਰਾਪਤ ਹੋਏ ਸੀਗੇ ਕਪਾਹ ਦੀ ਫਸਲ ਗਰੋ ਕਰਨ ਲਈ। ਸੋ ਤੁਸੀਂ ਵੇਖ ਸਕਦੇ ਹੋ ਕਿ ਸਵਪਨਾ ਦੁਆਰਾ ਕਿੰਨੀ ਮਿਹਨਤ ਕੀਤੀ ਗਈ ਆਪਦੇ ਖੇਤ ਵਿੱਚ। ਬਟ ਜਿਹੜੇ ਲੋਕਲ ਟ੍ਰੇਡਰਸ ਹੁੰਦੇ ਨੇ ਜਾਂ ਫਿਰ ਜਿਹੜੇ ਕਿ ਪੈਸੇ ਉਧਾਰੇ ਦਿੰਦੇ ਨੇ, ਉਹਨਾਂ ਦੁਆਰਾ ਕਿਵੇਂ ਸ਼ੋਸ਼ਣ ਕੀਤਾ ਜਾਂਦਾ ਹੈ ਇਹਨਾਂ ਨਿੱਕੇ ਕਿਸਾਨਾਂ ਦਾ। ਕਿਉਂਕਿ ਸੇਮ ਕਪਾਹ ਜਦੋਂ ਇਹ ਲੋਕਲ ਟ੍ਰੇਡਰ ਮਾਰਕੀਟ ਵਿੱਚ ਲੈ ਕੇ ਜਾਊਗਾ ਤੇ ਉਹਨੂੰ ਹਾਈਅਰ ਪ੍ਰਾਈਜ਼ਸ ਤੇ ਵੇਚੂਗਾ। ਕੀ ਸਵਪਨਾ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਆ? ਬਿਲਕੁਲ ਪਤਾ ਆ, ਬਟ ਸਵਪਨਾ ਹੈਲਪਲੈਸ ਹੈਗੀ ਆ, ਉਹ ਕਰ ਵੀ ਕੀ ਸਕਦੀ ਹੈ। ਇਸੇ ਤਰ੍ਹਾਂ ਹੀ ਇੱਥੇ ਇਰੋਡ ਦੀ ਕਪੜਾ ਮੰਡੀ ਬਾਰੇ ਦੱਸਿਆ ਗਿਆ ਕਿ ਸਥਾਨਕ ਇਰੋਡ ਨਾਮ ਦੀ ਜਗ੍ਹਾ ਹੈਗੀ ਆ ਤਾਮਿਲਨਾਡੂ ਦੇ ਵਿੱਚ। ਇਸ ਕਪੜਾ ਮੰਡੀ ਦੇ ਵਿੱਚ ਪੁਟਿੰਗ ਆਊਟ ਸਿਸਟਮ ਜਿਹੜਾ ਹੈਗਾ ਜੀ, ਇਹ ਯੂਜ਼ ਕੀਤਾ ਜਾਂਦਾ ਆ। ਹੋ ਸਕਦਾ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਪੁੱਛ ਲਿਆ ਜਾਵੇ ਕਿ ਪੁਟਿੰਗ ਆਊਟ ਸਿਸਟਮ ਹੁੰਦਾ ਕੀ ਹੈ। ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਂਦੇ ਆ ਕਿ ਜਿਹੜਾ ਵਪਾਰੀ ਹੋਊਗਾ, ਕੱਚਾ ਮਾਲ ਸਪਲਾਈ ਕਰਦਾ ਆ, ਜਿਹੜਾ ਮਰਚੈਂਟ ਹੈਗਾ ਆ, ਉਹਦੇ ਆਰਡਰ ਤੇ ਜਿਹੜਾ ਫਾਈਨਲ ਜਿਹੜਾ ਪ੍ਰੋਡਕਟ ਹੋਊਗਾ ਜੀ, ਉਹ ਤਿਆਰ ਕੀਤਾ ਜਾਣਾ ਆ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਕੱਚਾ ਮਟੀਰੀਅਲ ਹੈ, ਰॉ ਮਟੀਰੀਅਲ ਕਿਹਦੇ ਦੁਆਰਾ ਪ੍ਰੋਵਾਈਡ ਕੀਤਾ ਜਾਊਗਾ? ਮਰਚੈਂਟਸ ਦੁਆਰਾ। ਐਂਡ ਵਪਾਰੀ ਜਿਹੜੇ ਹੋਣਗੇ, ਮਰਚੈਂਟ ਹੋਣਗੇ, ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ, ਕਿਉਂਕਿ ਜਿਹੜੇ ਵੇਵਰਸ ਹੋਣਗੇ, ਜੁਲਾਹੇ ਹੋਣਗੇ, ਜਿਹੜੇ ਕਿ ਬੁਣਾਈ ਦਾ ਕੰਮ ਕਰਦੇ ਨੇ, ਕੱਪੜੇ ਬਣਾਉਣ ਦਾ ਕੰਮ ਕਰਦੇ ਨੇ, ਉਹਨਾਂ ਨੂੰ ਸਿਰਫ ਉਹਨਾਂ ਦੇ ਕੰਮ ਦੇ ਪੈਸੇ ਮਿਲਣੇ ਆ। ਸੋ ਜਿਹੜੀ ਇੱਥੇ ਇਰੋਡ ਦੀ ਕਪੜਾ ਮੰਡੀ ਦੀ ਗੱਲ ਕੀਤੀ ਗਈ ਹੈ ਕਿ ਇਹ ਤਾਮਿਲਨਾਡੂ ਦਾ ਜਿਹੜਾ ਬਾਜ਼ਾਰ ਹੈਗਾ ਆ, ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਇੱਥੇ ਦੱਸਿਆ ਜਾ ਰਿਹਾ। ਇੱਥੇ ਪਿੰਡਾਂ ਦੇ ਜਿਹੜੇ ਜੁਲਾਹੇ ਹੈਗੇ ਆ ਜੀ, ਉਹਨਾਂ ਦੀ ਸ਼ਮੂਲੀਅਤ ਹੈਗੀ ਆ। ਵਪਾਰੀਆਂ ਦੇ ਆਰਡਰ ਤੇ ਹੀ ਇੱਥੇ ਕੱਪੜੇ ਨੇ ਜੀ ਤਿਆਰ ਕੀਤੇ ਜਾਂਦੇ ਨੇ। ਬਟ ਪੁਟਿੰਗ ਆਊਟ ਸਿਸਟਮ ਦੇ ਵਿੱਚ ਮਰਚੈਂਟ ਦੇ ਆਰਡਰ ਤੇ ਹੀ ਜਿਹੜਾ ਕੱਪੜਾ ਹੈਗਾ ਆ, ਉਹ ਤਿਆਰ ਕੀਤਾ ਜਾਣਾ ਆ। ਇਹਦਾ ਮਤਲਬ ਇਹ ਹੈ ਕਿ ਮਰਚੈਂਟਸ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੀ ਪ੍ਰੋਵਾਈਡ ਕਰਵਾ ਦੇਣੀਆਂ ਆ। ਕਿਹਨੂੰ? ਜੁਲਾਹੇ ਨੂੰ। ਐਂਡ ਇੱਥੇ ਜੁਲਾਹੇ ਨੂੰ ਜਿਹੜੀ ਮਜ਼ਦੂਰੀ ਦਿੱਤੀ ਜਾਣੀ ਆ, ਉਹ ਵੀ ਕੋਈ ਜ਼ਿਆਦਾ ਨਹੀਂ ਦਿੱਤੀ ਜਾਣੀ, ਬਹੁਤ ਹੀ ਘੱਟ ਮਜ਼ਦੂਰੀ ਦਿੱਤੀ ਜਾਊਗੀ, ਜਿਹਦੇ ਕਰਕੇ ਆਪਾਂ ਸਮਝ ਸਕਦੇ ਹਾਂ ਜਿਹੜਾ ਪੁਟਿੰਗ ਆਊਟ ਸਿਸਟਮ ਹੈਗਾ ਆ, ਇਹਦੇ ਨਾਲ ਹੋਊਗਾ ਕਿ ਇਹਦੇ ਕੁਝ ਫਾਇਦੇ ਵੀ ਹੋ ਸਕਦੇ ਆ, ਕੁਝ ਨੁਕਸਾਨ ਵੀ ਹੋ ਸਕਦੇ ਆ। ਫਾਇਦੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਧਾਗਾ ਖਰੀਦਣ ਜਾਂ ਤਿਆਰ ਕੱਪੜੇ ਵੇਚਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਜਿਵੇਂ ਕਿ ਜਿਹੜਾ ਕੰਮ ਕਰ ਰਿਹਾ ਜੁਲਾਹਾ ਜਿਹੜਾ ਹੈਗਾ ਆ, ਉਹਨੂੰ ਕੱਚਾ ਮਾਲ ਜਿਹੜਾ ਹੈਗਾ ਆ, ਉਹ ਕਿਹਨੇ ਪ੍ਰੋਵਾਈਡ ਕਰਵਾ ਦੇਣਾ? ਮਰਚੈਂਟਸ ਨੇ ਹੀ ਪ੍ਰੋਵਾਈਡ ਕਰਵਾ ਦੇਣਾ ਆ। ਜਿਹੜੇ ਵਪਾਰੀ ਹੋਣਗੇ
ਉਹੀ ਇਹਨਾਂ ਨੂੰ ਕੀ ਕਰਨਗੇ, ਇਹਨਾਂ ਨੂੰ ਕੱਚਾ ਮਾਲ ਪ੍ਰੋਵਾਈਡ ਕਰਵਾ ਦੇਣਗੇ। ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ, ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਜੁਲਾਹਾ ਹੋਊਗਾ ਉਹ ਕਹੂਗਾ ਕਿ ਮੈਂ ਕੱਚਾ ਮਾਲ ਕਿੱਥੋਂ ਲੈ ਕੇ ਆਵਾਂ, ਉਸ ਤੋਂ ਬਾਅਦ ਇਹਨੂੰ ਆਰਡਰ ਮਿਲੂਗਾ ਵੀ ਕਿ ਨਹੀਂ ਮਿਲੂਗਾ। ਜੇਕਰ ਆਰਡਰ ਮਿਲ ਗਿਆ ਫਿਰ ਇਹਨੂੰ ਕੱਚਾ ਮਾਲ ਲਿਆਉਣਾ ਪੈਣਾ ਆ। ਬਟ ਇਸ ਸਿਸਟਮ ਦੇ ਅਕੋਰਡਿੰਗ ਇਹਨੂੰ ਸਿਰਫ ਕੀ ਕਰਨਾ ਪੈਣਾ ਆ, ਜਿਹੜਾ ਵੀ ਕੱਪੜਾ ਹੈਗਾ ਜਾਂ ਫਿਰ ਜਿਹੜਾ ਵੀ ਮਟੀਰੀਅਲ ਹੈਗਾ ਆ ਉਹ ਤਿਆਰ ਕਰਨਾ ਆ ਜਦੋਂ ਇਹਨੂੰ ਕੱਚਾ ਮਾਲ ਮਿਲ ਗਿਆ। ਸੋ ਇਸ ਕਰਕੇ ਕਹਿ ਸਕਦੇ ਹਾਂ ਇਹਦਾ ਕੁਝ ਬੈਨੀਫਿਟ ਵੀ ਹੈ। ਬਟ ਜੇਕਰ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ, ਲਾਸ ਦੀ ਗੱਲ ਕਰਦੇ ਹਾਂ, ਤੇ ਕੱਚੇ ਮਾਲ ਅਤੇ ਮਾਰਕੀਟ ਲਈ ਵਪਾਰੀਆਂ ਤੇ ਨਿਰਭਰਤਾ ਹੋਊਗੀ ਇਹਦੇ ਨਾਲ। ਮਤਲਬ ਕਿ ਇਸ ਸਿਸਟਮ ਦੇ ਅਕੋਰਡਿੰਗ ਹੁਣ ਜਿਹੜਾ ਜੁਲਾਹਾ ਹੋਊਗਾ ਉਹਨੂੰ ਡਿਪੈਂਡ ਰਹਿਣਾ ਪੈਣਾ ਆ। ਮੰਨ ਲਓ ਕਿ ਕੋਈ ਵਪਾਰੀ ਸੀ, ਉਹਨੇ ਕਹਿਣਾ ਕਿ ਮੈਂ ਇਸ ਜੁਲਾਹੇ ਨੂੰ ਜਾਂ ਫਿਰ ਇਸ ਵੇਬਰ ਨੂੰ ਕੰਮ ਨਹੀਂ ਦੇਣਾ, ਫਿਰ ਇੱਥੇ ਕੀ ਕਰੂਗਾ ਜਿਹੜਾ ਜੁਲਾਹਾ ਹੋਊਗਾ। ਸੋ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ ਕਿ ਉਹਨੂੰ ਜਿੰਨੀ ਮਜ਼ਦੂਰੀ ਦਿੱਤੀ ਜਾਊਗੀ ਉਹਨੂੰ ਉਸੇ ਮਜ਼ਦੂਰੀ ਤੇ ਹੀ ਕੰਮ ਕਰਨਾ ਪੈਣਾ ਆ। ਸੋ ਕਿਤੇ ਨਾ ਕਿਤੇ ਡਿਪੈਂਡੈਂਟ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਬਣ ਜਾਂਦੇ ਨੇ ਜਿਹੜੇ ਕਿ ਜੁਲਾਹੇ ਹੁੰਦੇ ਨੇ ਇਸ ਸਿਸਟਮ ਦੇ ਵਿੱਚ। ਸੋ ਪੁਟਿੰਗ ਆਊਟ ਸਿਸਟਮ ਬਾਰੇ ਤੁਸੀਂ ਸਮਝ ਗਏ ਹੋਣੇ ਆ ਕਿ ਇਸ ਸਿਸਟਮ ਦੇ ਵਿੱਚ ਮਰਚੈਂਟ ਦੁਆਰਾ ਹੀ ਸਾਰਾ ਜਿਹੜਾ ਮਾਲ ਹੈਗਾ ਆ, ਕੱਚਾ ਮਾਲ, ਉਹ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਐਂਡ ਜਿਹੜੇ ਛੋਟੇ-ਮੋਟੇ ਕਾਰੀਗਰ ਹੋਣਗੇ ਉਹਨਾਂ ਤੋਂ ਕੰਮ ਲੈਣ ਤੋਂ ਬਾਅਦ ਉਹਨਾਂ ਨੂੰ ਘੱਟ ਮਜ਼ਦੂਰੀ ਦੇ ਕੇ ਐਂਡ ਵੱਧ ਜਿਹੜਾ ਮੁਨਾਫਾ ਹੈਗਾ ਆ ਉਸ ਵਪਾਰੀ ਦੁਆਰਾ ਕਮਾਇਆ ਜਾਊਗਾ। ਕਿਉਂਕਿ ਜਿਹੜਾ ਫਾਈਨਲ ਪ੍ਰੋਡਕਟ ਹੋਊਗਾ, ਜਿਹੜੀ ਚੀਜ਼ ਬਣ ਚੁੱਕੀ ਹੈ, ਉਹ ਸ਼ਹਿਰਾਂ ਵਿੱਚ ਲਿਜਾ ਕੇ ਮਹਿੰਗੀਆਂ ਰੇਟ ਤੇ ਵੇਚ ਸਕਦਾ ਆ। ਸੰਯੁਕਤ ਰਾਜ ਵਿੱਚ ਕਮੀਜ਼ ਦਾ ਸ਼ਰਟ ਇਨ ਦਾ ਯੂਨਾਈਟਿਡ ਸਟੇਟਸ, ਇੱਥੇ ਭਾਰਤ ਦੀ ਗੱਲ ਕੀਤੀ ਗਈ ਹੈ ਕਿ ਇੱਕ ਭਾਰਤ ਦੇ ਵਿੱਚ ਇੱਕ ਫੈਕਟਰੀ ਹੈਗੀ ਹੈ ਜਿੱਥੇ ਕੀ ਕੀਤਾ ਜਾਂਦਾ ਆ, ਕੱਪੜਾ ਤਿਆਰ ਕੀਤਾ ਜਾਂਦਾ। ਛੋਟੇ ਜਿਹੜੇ ਕਾਰੀਗਰ ਹੁੰਦੇ ਨੇ ਜੀ ਉਹ ਲਗਾਏ ਗਏ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ। ਐਂਡ ਉਹਨਾਂ ਤੋਂ ਕਹਿ ਸਕਦੇ ਹਾਂ ਕਿ ਇੱਕ ਸ਼ਰਟ ਬਣਨ ਦੀ ਜਿਹੜੀ ਕੀਮਤ ਹੁੰਦੀ ਹੈ ਭਾਰਤ ਦੇ ਵਿੱਚ ਤਾਂ ਬਹੁਤ ਘੱਟ ਹੁੰਦੀ ਹੈ। ਕਹਿ ਸਕਦੇ ਹਾਂ ਕਿ ਇੱਥੇ ਸ਼ਰਟ ਬਣਵਾਉਣ ਦਾ ਜਿਹੜਾ ਕੰਮ ਹੈਗਾ ਆ, ਮੰਨ ਲਓ ਕਿਸੇ ਪਰਸਨ ਤੋਂ ਸ਼ਰਟ ਬਣਵਾਈ ਜਾ ਰਹੀ ਹੈ, ਕਿੰਨੇ ਸਾਰੇ ਕਾਰੀਗਰ ਉੱਥੇ ਲੱਗੇ ਹੋਏ ਨੇ, ਉਹਨਾਂ ਨੂੰ ਪਰ ਕਮੀਜ਼ ਦਾ ਜਿਹੜਾ ਪੈਸਾ ਆ ਉਹ ਕਿੰਨਾ ਘੱਟ ਦਿੱਤਾ ਜਾਂਦਾ। ਬਟ ਜਦੋਂ ਉਹੀ ਸੇਮ ਸ਼ਰਟ ਅਮਰੀਕਾ ਵਰਗੇ ਸ਼ਹਿਰਾਂ ਵਿੱਚ ਜਾਂਦੀ ਹੈ ਤੇ ਉਹਦੀ ਕੀਮਤ ਤੁਸੀਂ ਵੇਖ ਸਕਦੇ ਹੋ ਕਿ ਅਮਰੀਕੀ ਕੱਪੜਿਆਂ ਦੀ ਦੁਕਾਨ ਵਿੱਚ $26 ਦੀ ਕੀਮਤ ਵਾਲੀਆਂ ਕਮੀਜ਼ਾਂ, ਕਿ ਕੱਪੜੇ ਬਣਾਉਣ ਵਾਲੀ ਜਿਹੜੀ ਕੰਪਨੀ ਹੈਗੀ ਹੈ ਉਹ ਤਾਂ ਘੱਟ ਰੇਟ ਤੇ ਕੱਪੜੇ ਬਣਵਾ ਲੈਂਦੀ ਹੈ। ਬਟ ਜਦੋਂ ਉਹਨੂੰ ਐਕਸਪੋਰਟ ਕੀਤਾ ਜਾਂਦਾ ਉਸ ਕੱਪੜੇ ਨੂੰ, ਤਾਂ ਜਿਹੜੇ ਆਪਣੇ ਭਾਰਤ ਦੇ ਵਿੱਚ ਜਿਹੜੇ ਕਾਰੀਗਰ ਨੇ, ਛੋਟੇ-ਮੋਟੇ ਲੇਬਰਸ ਨੇ, ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਨੇ। ਬਟ ਜਦੋਂ ਉਹ ਸ਼ਰਟ ਬਾਹਰ ਜਾਂਦੀ ਹੈ ਉਹਦੀ ਐਡਵਰਟਾਈਜ਼ਮੈਂਟ ਤੇ ਪੈਸਾ ਖਰਚਾ ਕੀਤਾ ਜਾਂਦਾ ਆ, ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਕੁੱਲ ਮਿਲਾ ਕੇ ਉਸ ਸ਼ਰਟ ਨੂੰ ਮਹਿੰਗੇ ਰੇਟ ਤੇ ਵੇਚ ਦਿੱਤਾ ਜਾਂਦਾ, ਜਿਹਦੇ ਨਾਲ ਕਹਿ ਸਕਦੇ ਹਾਂ ਜਿਹੜਾ ਸ਼ੋਸ਼ਣ ਹੈਗਾ ਆ ਉਹ ਕਿਹਦਾ ਕੀਤਾ ਜਾਂਦਾ ਆ, ਜਿਹੜੇ ਛੋਟੇ-ਮੋਟੇ ਕਾਰੀਗਰ ਹੁੰਦੇ ਨੇ ਜਾਂ ਫਿਰ ਜਿਹੜੇ ਲੇਬਰਸ ਹੁੰਦੇ ਨੇ। ਸੋ ਨਿਰਯਾਤ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਬਹੁਤ ਘੱਟ ਕਮਾਈ ਕਰਦੇ ਨੇ। ਲਾਸਟ ਤੇ ਆ ਗਿਆ ਜੀ ਮਾਰਕੀਟ ਅਤੇ ਸਮਾਨਤਾ, ਮਾਰਕੀਟ ਐਂਡ ਇਕੁਐਲਿਟੀ। ਇਹਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਜਿਹੜੇ ਪ੍ਰੋਫਿਟਸ ਹੈਗੇ ਆ, ਜਿਹੜੇ ਮੁਨਾਫੇ ਹੋ ਰਹੇ ਆ, ਉਹਦੀ ਜਿਹੜੀ ਵੰਡ ਹੈਗੀ ਆ ਉਹ ਅਸਮਾਨ ਹੈਗੀ ਆ। ਕਿਵੇਂ? ਕਿਉਂਕਿ ਅਮੀਰ ਅਤੇ ਸ਼ਕਤੀਸ਼ਾਲੀ ਜਿਹੜੇ ਵਿਅਕਤੀ ਹੈਗੇ ਨੇ ਜੀ ਉਹ ਸਭ ਤੋਂ ਜ਼ਿਆਦਾ ਕਮਾਈ ਕਰਦੇ ਨੇ। ਕਿਉਂਕਿ ਫੈਕਟਰੀਆਂ ਕੌਣ ਚਲਾ ਰਿਹਾ? ਇਹਨਾਂ ਦੁਆਰਾ ਫੈਕਟਰੀਆਂ ਚਲਾਈਆਂ ਜਾ ਰਹੀਆਂ ਨੇ। ਉਹਨਾਂ ਕੋਲ ਇਨਫਰਾਸਟ੍ਰਕਚਰ ਹੈਗਾ ਆ, ਉਹਨਾਂ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ, ਜਿਹਦੇ ਕਰਕੇ ਉਹ ਘੱਟ ਰੇਟ ਤੇ ਜਿਹੜੇ ਲੇਬਰਸ ਹੁੰਦੇ ਨੇ ਉਹ ਹਾਇਰ ਕਰਦੇ ਨੇ। ਐਂਡ ਇਸੇ ਤਰ੍ਹਾਂ ਹੀ ਜਿਹੜੇ ਲੋਕ ਹੁੰਦੇ ਨੇ ਕੰਮ ਕਰਵਾ ਲੈਂਦੇ ਨੇ ਐਂਡ ਉਹਨਾਂ ਨੂੰ ਘੱਟ ਮਜ਼ਦੂਰੀ ਦੇ ਕੇ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਫਾਈਨਲ ਪ੍ਰੋਡਕਟ, ਉਹਨਾਂ ਨੂੰ ਸ਼ਹਿਰਾਂ ਵਿੱਚ ਵੇਚ ਦਿੱਤਾ ਜਾਂਦਾ, ਜਿਹਦੇ ਨਾਲ ਉਹ ਵੱਧ ਮੁਨਾਫੇ ਕਮਾ ਲੈਂਦੇ ਨੇ। ਬਟ ਜਿਹੜੇ ਐਕਚੁਅਲ ਵਿੱਚ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਨੂੰ ਜਿਹੜਾ ਪ੍ਰੋਫਿਟ ਹੈਗਾ ਜੀ ਇੰਨਾ ਜ਼ਿਆਦਾ ਨਹੀਂ ਦਿੱਤਾ ਜਾਂਦਾ। ਸੋ ਇੱਥੇ ਲਿਖਿਆ ਵੀ ਹੋਇਆ, ਜਿਨ੍ਹਾਂ ਕੋਲ ਪੈਸਾ, ਫੈਕਟਰੀਆਂ ਅਤੇ ਵੱਡੀਆਂ ਦੁਕਾਨਾਂ ਅਤੇ ਜ਼ਮੀਨਾਂ ਹਨ, ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ। ਸੋ ਛੋਟਾ ਜਿਹਾ ਚੈਪਟਰ ਸੀ, ਮੈਂ ਇਸ ਪਾਠ ਨੂੰ ਬਹੁਤਾ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਛੋਟੀ ਜਿਹੀ ਵੀਡੀਓ ਵਿੱਚ ਹੋ ਸਕਦਾ ਤੁਹਾਨੂੰ ਕੁਝ ਚੀਜ਼ਾਂ ਜ਼ਰੂਰ ਸਮਝ ਲੱਗੀਆਂ ਹੋਣ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਪ੍ਰੈਸ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।